मुर्दाबाद 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 बलबीर सिंह राजेवाल मुर्दाबाद 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 बलबीर सिंह राजेवाल मुर्दाबाद 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 बलबीर सिंह राजेवाल मुर्दाबाद। सत श्री अकाल जी, मैं अवतार सिंह ढिल्लों। बलबीर सिंह राजेवाल ਦਾ ਵਿਰੋਧ ਕੀਤਾ ਜਾ ਰਿਹਾ, ਕੀ ਕਾਰਨ? ਸਾਨੂੰ ਸਾਰੇ ਹੀ ਦੇਖੋ ਜੀ 2 ਦਿਨ ਤੋਂ ਜਿਹੜੀ ਰਾਤ ਪਰਸੋਂ ਰਾਤ ਟਿਕਟ ਅਨਾਉਂਸ ਹੋਈ ਹੈ ਜਿਹੜੀ ਖੰਨੇ ਤੋਂ ਸੁਖਵੰਤ ਸਿੰਘ ਢਿੱਲੋਂ ਜਿਹੜੇ ਬੀਜੇਪੀ ਦੇ ਪੂਰੇ ਜਿਹੜੇ ਸਾਥੀ ਨੇ, ਪੂਰਾ ਜਿਹੜਾ ਆਪਣਾ ਇਹਨਾਂ ਦਾ ਸਮਰਥਨ ਹੈ ਇਹਨਾਂ ਦਾ ਉਹ ਬੀਜੇਪੀ ਨੂੰ ਆ। ਉਹ 2 ਦਿਨ ਪਹਿਲਾਂ ਹੀ ਅਖਬਾਰਾਂ 'ਚ ਇਹਨਾਂ ਦੀਆਂ ਖਬਰਾਂ ਲੱਗਦੀਆਂ ਨੇ ਕਿ ਜੇ ਜਿਹੜਾ ਬੀਜੇਪੀ ਵੱਲੋਂ ਜਾਂ ਜਿਹੜੀ ਪੰਜਾਬ ਲੋਕ ਕਾਂਗਰਸ ਵੱਲੋਂ ਜਿਹਨੂੰ ਵੀ ਟਿਕਟ ਮਿਲਦੀ ਹੈ ਇਹ ਸਮਰਥਨ ਕਰਨਗੇ। ਤੇ 3 ਦਿਨ ਪਹਿਲਾਂ ਇਹ ਰੈਲੀ ਤੇ ਜਿਹੜੀਆਂ ਆਪਣੀਆਂ ਬੱਸਾਂ ਲੈ ਕੇ ਗਏ ਨੇ ਫਿਰੋਜ਼ਪੁਰ, ਜਿੱਥੇ ਪੂਰੇ ਪੰਜਾਬ ਦਾ ਜਲੂਸ ਨਿਕਲਿਆ, ਇਹਨਾਂ ਨੇ ਉੱਥੇ ਆਪਣਾ ਪੂਰਾ ਜਿਹੜਾ ਇਕੱਠ ਲੈ ਕੇ ਗਏ ਨੇ। ਸੋ ਅੱਜ ਰਾਜੇਵਾਲ ਸਾਹਿਬ ਤੋਂ ਅਸੀਂ ਇਹ ਪੁੱਛਦੇ ਹਾਂ, ਰਾਜੇਵਾਲ ਸਾਹਿਬ ਤੋਂ ਇਹ ਪੁੱਛਦੇ ਹਾਂ ਕਿ ਇਹੋ ਜਿਹਾ ਕਿਹੜਾ ਗੰਗਾ ਜਲ ਆ ਰਾਜੇਵਾਲ ਸਾਹਿਬ, ਜਿਹਾ ਕਿਹੜਾ ਅੰਮ੍ਰਿਤ ਛਕਾਤਾ ਇਹਨਾਂ ਨੂੰ ਜਿਹੜਾ ਇੱਕ ਦਿਨ 'ਚ ਬੀਜੇਪੀ ਤੋਂ ਕਿਸਾਨ ਬਣਾਤੇ। 700 ਕਿਸਾਨ ਜਿਹੜੇ ਸਾਡੇ ਸ਼ਹੀਦ ਹੋਏ, ਜਿਹੜੇ ਦਿਨ ਪੁਰ ਰਾਤ ਸਾਰੇ ਲੋਕ ਲੱਗੇ ਰਹੇ, ਉਹਨਾਂ ਦਾ ਜਿਹੜਾ ਇੱਕੋ ਦਮ ਇਹਨਾਂ ਨੇ ਜਿਹੜਾ ਭੁਲਾਤਾ ਸਾਰਾ ਕੀਤਾ ਕਰਾਇਆ, ਮਿੱਟੀ 'ਚ ਮਿਲਾਤਾ। ਸਾਨੂੰ ਵੀ ਦੱਸ ਦਿੰਦੇ, ਭਰੋਸੇ 'ਚ ਲੈ ਲੈਂਦੇ, ਅਸੀਂ ਵੀ ਫਿਰ ਤੁਹਾਡੇ ਨਾਲ ਤੁਰ ਪੈਂਦੇ, ਬੀਜੇਪੀ ਦੇ ਨਾਲ ਤੁਰ ਪੈਂਦੇ। ਅਸੀਂ ਕਿਉਂ ਦੁਸ਼ਮਣੀਆਂ ਪਾਉਂਦੇ ਰਹੇ ਹਾਂ? ਸਾਡੇ ਤੇ ਪਰਚੇ ਹੋਏ, 66 ਕੰਪਲੇਂਟਾਂ ਹੋਈਆਂ ਆਲੇ ਦੁਆਲੇ ਦੇ ਸਾਰੇ ਸ਼ਹਿਰਾਂ 'ਚ ਬੀਜੇਪੀ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਘੇਰ ਕੇ ਉਹਨਾਂ ਦੇ ਮੂੰਹ ਕਾਲੇ ਕਰਦੇ ਰਹੇ। ਦੁਸ਼ਮਣੀਆਂ ਸਾਡੀਆਂ ਪਈਆਂ। ਇਹਨਾਂ ਦਾ ਕੀ ਕਿਹਾ? ਤਾਂ ਵਾਲੇ ਲੀਡਰ ਤਾਂ ਲੀਡਰ ਹੀ ਰਹਿ ਗਏ। ਇਹਨਾਂ ਨੂੰ ਪਾਰਟੀਆਂ ਨੇ ਵੀ ਸਲਾਹ ਦੇਣਾ, ਲੋਕਾਂ ਨੇ ਵੀ ਸਲਾਹ ਦੇਣਾ। ਦੁਸ਼ਮਣੀਆਂ ਸਾਡੀਆਂ ਪੈ ਗਈਆਂ, ਪਰਚੇ ਸਾਡੇ ਚੱਲਦੇ ਆ। ਕੀ ਰਾਜੇਵਾਲ ਦੀ ਇਹ ਬਿਆਨ ਤੁਸੀਂ ਸਹੀ ਸਮਝਦੇ ਹੋ? ਬਿਲਕੁਲ ਨਹੀਂ ਜੀ, ਅਸੀਂ ਵਿਰੋਧ ਕਰ ਰਹੇ ਹਾਂ, ਮੁਰਦਾਬਾਦ ਕਹਿ ਰਹੇ ਹਾਂ ਰਾਜੇਵਾਲ ਸਾਹਿਬ ਨੂੰ। ਰਾਜੇਵਾਲ ਸਾਹਿਬ ਦਾ ਪੂਰਾ ਵਿਰੋਧ ਕਰਾਂਗੇ। ਉਹ ਲੋਕਾਂ ਨੂੰ ਮਿੰਟ 'ਚ ਹੀ ਕਹਿ ਦਿੰਦੇ ਨੇ ਇਹ ਏਜੰਸੀਆਂ ਦਾ ਬੰਦਾ, ਇਹ ਬੀਜੇਪੀ ਦਾ ਬੰਦਾ, ਇਹ ਫਲਾਣਾ ਧਮਕਾਣਾ। ਪਰ ਉਹ ਨੌਜਵਾਨ ਜਿਹੜੇ ਸਾਡੇ ਵੀਰ ਸੀਗੇ, ਜਿਨ੍ਹਾਂ ਨੇ ਸੰਘਰਸ਼ 'ਚ ਨੰਗੇ ਚਿੱਟੇ ਹੋ ਕੇ ਪੁਰਜੋਰ ਆਪਣਾ ਸਾਥ ਦਿੱਤਾ, ਆਪਣੀਆਂ ਜਾਨਾਂ ਤੱਕ ਵਾਰੀਆਂ, ਉਹਨਾਂ ਲੋਕਾਂ ਨੂੰ ਇਹ ਦੱਸਦੇ ਸੀਗੇ ਕਿ ਤੁਸੀਂ ਫਲਾਣੇ ਧਮਕਾਣੇ। ਹੁਣ ਰਾਜੇਵਾਲ ਸਾਹਿਬ ਤੁਸੀਂ ਕੀ ਹੋ? ਤੁਸੀਂ ਕਿਹਦੇ ਏਜੰਟ ਹੋ? ਬੀਜੇਪੀ ਦੇ ਹੋ, RSS ਦੇ ਹੋ, ਜਾਂ ਤੁਸੀਂ ਏਜੰਸੀਆਂ ਦੇ ਬੰਦੇ ਹੋ? ਰਾਜੇਵਾਲ ਸਾਹਿਬ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ। ਰਾਜੇਵਾਲ ਸਾਹਿਬ ਬਹੁਤ ਜ਼ਿਆਦਾ ਗਲਤ ਕੀਤਾ ਸੀ। ਪੂਰੇ ਸਾਨੂੰ ਖੰਨਾ ਇਲਾਕੇ ਤੋਂ, ਸਮਰਾਲਾ ਇਲਾਕੇ ਤੋਂ, ਪਹਿਲ ਤੋਂ ਫੋਨ ਆ ਰਹੇ ਨੇ, ਲੋਕ ਆ ਰਹੇ ਨੇ, ਉਹ ਪੁੱਛ ਰਹੇ ਨੇ ਅਸੀਂ ਹੁਣ ਕਿੱਧਰ ਨੂੰ ਜਾਈਏ। ਅਸੀਂ ਵਿਰੋਧ ਕਰਾਂਗੇ ਤਿੰਨੇ ਹਲਕਿਆਂ 'ਚ ਡਟ ਕੇ, ਪੂਰਾ ਡਟ ਕੇ ਵਿਰੋਧ ਕਰਾਂਗੇ। ਰਾਜੇਵਾਲ ਮੁਰਦਾਬਾਦ। ਇਹ ਤਾਂ ਸਾਨੂੰ ਕਿਉਂ ਦੁਸ਼ਮਣ ਬਣਾਇਆ? ਸਾਨੂੰ ਵੀ ਦੱਸ ਦਿੰਦੇ, ਅਸੀਂ ਵੀ ਬੀਜੇਪੀ ਜੁਆਇਨ ਕਰ ਲੈਂਦੇ, ਕੋਈ ਅਹੁਦਾ ਲੈ ਲੈਂਦੇ ਯਾਰ। ਢਿੱਲੋਂ ਸਾਹਿਬ ਦਾ ਕਹਿਣਾ ਵੀ ਇਹਨੂੰ ਹੀ ਰਾਜਨੀਤੀ ਕਹਿੰਦੇ ਨੇ। ਨਹੀਂ ਰਾਜਨੀਤੀ ਅਸੀਂ ਫਿਰ ਰਾਜੇਵਾਲ ਸਾਹਿਬ ਪਹਿਲਾਂ ਜਿਹੜੀ ਸਿਰ ਪਰਵਾਉਣ ਵਾਲੀ ਗੱਲ ਕਹਿੰਦੇ ਹੋ, ਇਹਨੂੰ ਹੀ ਰਾਜਨੀਤੀ ਕਹਿ ਰਹੇ ਨੇ। ਅੱਜ ਵੀ ਕਮਲ ਦੇ ਫੁੱਲ ਤੇ ਖੇਡਦਾ। ਉਹ ਰਹਿਣ ਦਿਆ ਕਰੋ। ਤੁਸੀਂ ਕੱਲ ਕਿੱਧਰ ਅੱਜ ਉਧਰ ਤੂੰ ਵੀ ਐਵੇਂ ਕਰਦਾ ਹੈ, ਤੂੰ ਵੀ ਐਵੇਂ ਕਰਦਾ। ਮੈਂ ਕੋਈ ਲੀਡਰ ਨਹੀਂ। ਤੂੰ ਕਹਿ ਢੀਂਡਸਾ ਮੁਰਦਾਬਾਦ ਲੀਡਰ ਕੋਈ। ਮੈਂ ਤੂੰ ਕਹਿ ਢੀਂਡਸਾ ਰਾਜਨੀਤੀ ਕਿਹਨੂੰ ਕਿਹਾ ਜਾਂਦਾ? ਉਹ ਇਹਨਾਂ ਨੂੰ ਪਤਾ। ਮੈਂ ਅਸੀਂ ਤਾਂ ਸਿੱਖਾਂਗੇ ਹੁਣ। ਅਸੀਂ ਤਾਂ ਰਾਜੇਵਾਲ ਸਾਹਿਬ ਨੂੰ ਦੇਖ ਕੇ, ਇਹਨਾਂ ਨੂੰ ਦੇਖ ਕੇ ਹੁਣ ਸਿੱਖ ਜਾਾਂਗੇ। ਹੁਣ ਵੀ ਕਰਨ ਲੱਗ। ਚਲੋ ਕੋਈ ਗੱਲ ਨਹੀਂ, ਆ ਇਲੈਕਸ਼ਨ ਤੋਂ ਬਾਅਦ ਮੈਂ ਇਹਨਾਂ ਤੋਂ ਜਿਹੜਾ ਹੈਗਾ ਬੈਠ ਕੇ ਇਹਨਾਂ ਨਾਲ ਕਰ ਲਾਂਗੇ ਗੱਲ। ਇਹਨਾਂ ਨੂੰ ਜਿਹੜੇ ਕੋਈ ਕਮੀ ਪੇਸ਼ੀ ਹੋਊਗੀ ਅਸੀਂ ਕੱਢ ਲਾਂਗੇ। ਕੋਈ ਤੁਸੀਂ, ਮੇਰੀ ਬੇਨਤੀ ਆ ਮੀਡੀਆ ਨੂੰ, ਤੁਸੀਂ ਤੁਹਾਡਾ ਜੋ ਹੱਕ ਆ, ਰਾਈਟ ਆ, ਉਹ ਕਰੋ। ਇਹਨਾਂ ਦਾ ਹੱਕ ਆ ਵਿਰੋਧ ਕਰਨਾ। ਅਸੀਂ ਤਾਂ ਇਹ ਪੁੱਛਣਾ ਚਾਹੁੰਦੇ। ਰਾਜੇਵਾਲ ਸਾਹਿਬ ਨੇ ਬਹੁਤ ਗਲਤ ਗੱਲ ਕੀਤੀ ਹੈ। ਜਿਹੜੇ ਬੰਦੇ ਉਹਨਾਂ ਵਾਸਤੇ ਕੰਮ ਕਰ ਰਹੇ ਸੀ ਦਿਨ ਰਾਤ, ਉਹਨਾਂ ਦੇ ਪਿੱਛੇ ਲੱਗ ਕੇ ਮੋਰਚੇ ਨੂੰ ਸਫਲ ਬਣਾਉਣ ਵਾਸਤੇ ਜਦੋਂ ਉਹਨਾਂ ਦਾ ਹੁਕਮ ਹੁੰਦਾ ਸੀ ਉਦੋਂ ਹੀ ਜਾਂਦੇ ਸੀਗੇ। ਉਹਨਾਂ ਦਾ ਇਹਨਾਂ ਨੇ ਇੱਕ ਬੰਦੇ ਤੋਂ ਵੀ ਪੁੱਛਿਆ ਤੱਕ ਨਹੀਂ ਕਿਸੇ ਨੂੰ। ਬਬਲੀ ਤਿਵਾੜੀ ਦੇ ਪਹਿਲਾਂ ਵੋਟ ਲਵਾਏ ਰਾਜੇਵਾਲ ਸਾਹਿਬ ਨੇ, ਉਹਨਾਂ ਦਾ ਨਾਂ ਤੱਕ ਨਹੀਂ ਆਇਆ। ਅੱਜ ਇਹ ਕਹਿੰਦੇ ਨੇ ਵੀ ਜਿਹਨੇ ਅਪਲਾਈ ਕੀਤਾ ਉਹਨੂੰ ਟਿਕਟ ਮਿਲੂਗੀ। ਇਹਨਾਂ ਨੇ ਅਪਲਾਈ ਕਦੋਂ ਕਰਤਾ? ਅੱਜ ਅਸਤੀਫਾ ਇਹਨਾਂ ਦਾ ਆਇਆ, ਕੱਲ ਇਹਨਾਂ ਨੂੰ ਟਿਕਟ ਮਿਲੀ ਆ, ਅੱਜ ਇਹ ਅਸਤੀਫੇ ਪਾ ਰਹੇ ਨੇ ਫੇਸਬੁੱਕਾਂ ਤੇ, ਮੀਡੀਆ ਵਾਲਿਆਂ ਨੂੰ ਪਾ ਰਹੇ ਨੇ। ਦੇਖੋ ਕਿੱਡਾ ਹਨੇਰ ਕਰਦੀ ਹੈ। ਪੈਸੇ ਨਾਲ ਸਾਰਾ ਕੁਝ ਸਿਸਟਮ ਉਹ ਚੱਲ ਰਿਹਾ। ਜਿਨ੍ਹਾਂ ਲੋਕਾਂ ਨੇ ਕਿਸਾਨੀ ਵਾਸਤੇ ਸੰਘਰਸ਼ ਕਰਿਆ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਗਿਆ। ਰਾਜੇਵਾਲ ਸਾਹਿਬ ਦੇ ਬਹੁਤ ਸਾਰੇ ਐਲੀਗੇਸ਼ਨ ਲੱਗੇ ਨੇ, ਪੈਸੇ ਦੇ ਵੀ ਐਲੀਗੇਸ਼ਨ ਲੱਗੇ ਨੇ, ਕਿ ਜਾਇਜ਼ ਸਮਝਦੇ ਹੋ ਸਾਰੇ? ਬਿਲਕੁਲ ਜਾਇਜ਼ ਨੇ। ਇਸ ਹਿਸਾਬ ਨਾਲ ਤਾਂ ਦੇਖੋ ਰਾਜੇਵਾਲ ਸਾਹਿਬ ਨੇ ਇੱਕ ਰਾਤ ਵੀ ਤੰਬੂ 'ਚ ਨਹੀਂ ਕੱਟੀ। ਅਸੀਂ ਜਾ ਕੇ ਉੱਥੇ ਤੰਬੂਆਂ 'ਚ ਰਾਤਾਂ ਕੱਟਦੇ ਰਹੇ ਹਾਂ। ਠੀਕ ਆ। ਇਹ ਆ ਹੁਣ ਮੋਰਚਾ ਬਣਾ ਕੇ, ਸਮਾਜ ਮੋਰਚਾ ਬਣਾ ਕੇ, ਉਹਦੇ 'ਚ ਵੀ ਬਹੁਤ ਧੱਕਾ ਕਰ ਰਹੇ ਨੇ, ਗਲਤ ਕਰ ਰਹੇ ਨੇ। ਜਿਹੜਾ ਕਿਸਾਨੀ ਸੰਘਰਸ਼ ਦਾ ਸ਼ੇਰ ਆਇਆ ਉਹ ਰਾਜੇਵਾਲ ਸਿਰ ਤੇ ਬੰਨਿਆ, ਉਹਨੂੰ ਕਿਵੇਂ ਸਮਝਦੇ? ਬਿਲਕੁਲ ਨਹੀਂ ਰਾਜੇਵਾਲ ਸਾਹਿਬ ਦੇ ਸਿਰ ਤੇ ਬੰਨਿਆ, ਕਿਸੇ ਦੇ ਸਿਰ ਤੇ ਨਹੀਂ ਬੰਨਿਆ। ਹੁਣ ਜਿਵੇਂ ਆਪੋ ਇਲੈਕਸ਼ਨ ਲੜ ਰਹੇ ਸਮਰਾਲੇ ਦੇ ਵਿਰੋਧ, ਬਿਲਕੁਲ ਤੁਹਾਡੇ ਸਾਹਮਣੇ ਹੀ ਹੈ। ਜਿੱਦਾਂ ਆ ਕੁਝ ਕਰ ਰਹੇ ਨੇ, ਸਮਰਾਲੇ 'ਚੋਂ ਪਤਾ ਲੱਗ ਜੂ ਕਿੰਨੀਆਂ ਕੁ ਵੋਟਾਂ ਪੈਂਦੀਆਂ, ਕਿੰਨੇ ਕੁ ਕਿਸਾਨ ਨਾਲ ਤੁਰਨਗੇ। ਸਾਡੇ ਇੱਥੇ ਏਰੀਆ ਦਾ ਕੋਈ ਕਿਸਾਨ ਨਾਲ ਤੁਰੂਗਾ ਉਹਨਾਂ ਦੇ। ਬਿਲਕੁਲ ਰੱਜ ਕੇ ਵਿਰੋਧ ਕਰਾਂਗੇ। ਬੀਜੇਪੀ ਦੀ ਬੰਦਾ, ਬੀਜੇਪੀ ਦਾ ਸਮਰਥਕ, ਬੀਜੇਪੀ ਨਾਲ ਯਾਰੀਆਂ ਪਕਾਈਆਂ ਕਿਸਾਨੀ ਅੰਦੋਲਨ ਦੇ ਵਿੱਚ।
ਰਾਸ਼ਨ ਦੇਣਾ ਜਾਂ ਫੰਡ ਦੇਣਾ ਉਹ ਦੇ ਕੇ ਸਿੱਖੀ ਦੇ ਰੂਪ ਦੇ ਵਿੱਚ ਉਲਟਾ ਇਹਨਾਂ ਨੇ ਅੰਦਰ ਵੜ ਕੇ ਮੋਰਚੇ ਨੂੰ ਢਾਹ ਲਾਉਂਦੇ ਰਹੇ ਨੇ। ਉਹ ਸਾਬਤ ਹੋ ਗਈਆਂ ਸਾਰੀਆਂ ਗੱਲਾਂ। ਕੀ ਲੱਗਦਾ ਵੀ ਰਾਜੇਵਾਲ ਸਾਹਿਬ ਆਰਐਸਐਸ ਦੇ ਨੁਮਾਇੰਦੇ ਨੇ? ਬਿਲਕੁਲ ਇਹੀ ਸਾਬਤ ਤਾਂ ਹੋ ਰਿਹਾ ਜੀ। ਆ ਟਿੱਲੂ ਸਾਹਿਬ ਆਰਐਸਐਸ ਦੇ ਹੀ ਨੁਮਾਇੰਦੇ ਨੇ। ਜੇਤਲੀ ਸਾਹਿਬ ਨਾਲ ਇਹਨਾਂ ਦੀਆਂ ਫੋਟੋਆਂ, ਮੋਦੀ ਸਾਹਿਬ ਆਏ ਇੱਥੇ, ਪਬਲਿਕ ਵਿਰੋਧ ਕਰ ਰਹੀ ਹੈ, ਪੰਜਾਬੀ ਵਿਰੋਧ ਕਰ ਰਹੇ ਨੇ, ਮੋਰਚੇ 'ਚ ਬੱਸਾਂ ਲੈ ਕੇ ਜਾ ਰਹੇ ਨੇ। ਢਿੱਲੋਂ ਜੀ ਕੀ ਕਹਿਣਾ ਚਾਹੁੰਦੇ ਹੋ? ਕਿਸਾਨ ਵਿਰੋਧੀ ਕਿਹਾ ਉਹ ਜਾ ਸਾਡੇ ਰਿਹਾ। ਭਰਾ ਨੇ ਜੀ, ਕੁਛ ਨਹੀਂ ਕਹਿਣਾ ਚਾਹੁੰਦਾ। ਉਹਨਾਂ ਦੇ ਮਨ ਦੇ ਵਿੱਚ ਗੁੱਸਾ ਸੀ, ਮੈਂ ਆ ਗਿਆ ਨਿਕਲ ਗਿਆ। ਇਹ ਤਾਂ ਚੱਲਦਾ ਹੀ ਰਹਿਣਾ। ਇਲੈਕਸ਼ਨ ਵਿਰੋਧ ਤਾਂ ਉੱਥੇ ਹੁੰਦਾ ਜਿੱਥੇ ਲੋਕ ਕਰਨ। ਇਹ ਤਾਂ ਸਾਡਾ ਭਾਈਚਾਰਾ। ਜੇ ਮੇਰੀ ਗੱਲ ਸੁਣੋ, ਦੋ ਭਰਾ ਨੇ, ਮਾਰਦਾ ਇੱਟ ਬੱਗਮੀ ਦੂਜੇ ਦੇ, ਉਹ ਦੂਜੇ ਦੇ ਗੰਡਾਸਾ, ਮਾਮੇ ਫੁੱਫੜ ਵਿੱਚ ਪੈ ਜਾਂਦੇ, ਸਮਝੌਤਾ ਹੋ ਜਾਂਦਾ। ਇਦਾਂ ਹੀ ਇਹਨੂੰ ਹੀ ਰਾਜਨੀਤੀ ਸਮਝਦੇ? ਬਿਲਕੁਲ ਇਹ ਰਾਜਨੀਤੀ ਹੈ। ਲੋਕਾਂ ਲਈ ਕੀ ਸੁਨੇਹਾ ਦੇਣਾ ਚਾਹੋਗੇ? ਲੋਕਾਂ ਲਈ ਸੁਨੇਹਾ ਇਹ ਆ ਵੀ ਆਪਸ ਦੇ ਵਿੱਚ ਨਾ ਲੜੋ। ਤੁਸੀਂ ਜਿਹਦਾ ਵਿਰੋਧ ਕਰਨਾ ਉਹਦਾ ਵਿਰੋਧ ਕਰੋ, ਜਿਹਨੇ ਬੀਜੇਪੀ ਦਾ ਵਿਰੋਧ ਕਰੋ, ਜਿਹਨੇ 750 ਕਿਸਾਨ ਮਾਰਿਆ ਉਹਨਾਂ ਦਾ ਵਿਰੋਧ ਕਰੋ। ਵੀ ਲੋਕ ਵੀ ਘਰਾਂ ਦੇ ਵਿੱਚ ਇਹੀ ਰਾਜਨੀਤੀ ਬਣਾਉਣ, ਵੀ ਜਾਣ ਕੇ ਇੱਕ ਦੂਜਾ ਸਿਰ ਪਾੜ ਕੇ ਸਮਝੌਤੇ ਕਰਾਉਣ। ਨਹੀਂ ਇਹ ਲੋਕ ਕਰਦੇ ਨੇ। ਮੈਂ ਤਾਂ ਲੋਕਾਂ ਨੂੰ ਕਿਉਂ ਕਹੂੰਗਾ? ਮੈਂ ਤਾਂ ਲੋਕਾਂ ਦਾ ਨੁਮਾਇੰਦਾ। ਨਹੀਂ ਹੁਣ ਜਿਵੇਂ ਰਾਜੇਵਾਲ ਦਾ ਵਿਰੋਧ ਕਰ ਰਹੇ ਨੇ, ਰਾਜੇਵਾਲ ਦਾ ਕੌਣ ਕਰਦਾ ਵਿਰੋਧ? ਕਿਸੇ ਦਾ ਕੋਈ ਨਾਅਰੇਬਾਜ਼ੀ। ਜੇ ਦੇਖੋ ਮੇਰੀ ਗੱਲ ਸੁਣੋ, ਉਹ ਜਿਹੜੇ ਨਾਰੇ ਲਾ ਰਹੇ ਨੇ, ਉਹ ਜੇ ਤਾਂ ਉਹਨਾਂ ਨੇ ਟਿਕਟ ਅਪਲਾਈ ਕੀਤੀ ਆ ਫਿਰ ਤਾਂ ਉਹ ਰਾਜੇਵਾਲ ਦਾ ਨਾਂ ਲੈਣ ਦੇ ਹੱਕ 'ਚ ਆ। ਜੇ ਉਹਨਾਂ ਨੇ ਟਿਕਟ ਨਹੀਂ ਅਪਲਾਈ ਕੀਤੀ ਉਹ ਨਾਂ ਨਹੀਂ ਲੈ ਸਕਦੇ। ਤੁਸੀਂ ਉਹਨਾਂ ਨੂੰ ਪੁੱਛੋ ਉਹਨਾਂ ਕੋਲ ਕੀ ਪ੍ਰੂਫ ਆ ਕਿ ਉਹ ਰਾਜੇਵਾਲ ਦਾ ਨਾਂ ਲੈਂਦੇ ਆ। ਤੁਸੀਂ ਕਦੋਂ ਅਪਲਾਈ ਕੀਤੀ ਹੈ ਟਿਕਟ? ਮੈਨੂੰ ਤਾਂ ਹਫਤਾ ਹੋ ਗਿਆ। ਜਾਣ ਕੇ ਤੁਸੀਂ ਫਿਰ ਦੂਸਰੀ ਪਾਰਟੀ ਦੇ ਵਿੱਚੋਂ ਅੱਜ ਕੀ ਕਹਿੰਦੇ ਆ, ਰਿਜ਼ਾਈਨ ਦੇ ਰਹੇ ਹੋ, ਕੀ ਕਹਿਣਾ ਅੱਜ ਕੌਣ ਦਿੰਦਾ ਰਿਜ਼ਾਈਨ? ਡੇਟ ਪੜੋ ਯਾਰ ਉਹਦੇ ਤੇ, ਤੁਹਾਡੇ ਕੋਲੇ WhatsApp ਤੇ ਆ। ਤੁਸੀਂ ਕੌਣ ਕਿਵੇਂ ਕਰੀ ਜਾਂਦੇ? ਤੁਸੀਂ ਮੈਂ ਤੁਹਾਡੇ ਮੂਹਰੇ ਹੱਥ ਬੰਨ੍ਹਦਾ। ਇਹ ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਉਹਨਾਂ ਦੇ ਪਰਸਨਲ ਰੰਜਿਸ਼ ਸੀਗੀ ਉਹਨਾਂ ਦੇ, ਮੇਰੇ ਉਹ ਨਿਕਲ ਗਈ, ਕੋਈ ਗੱਲ ਨਹੀਂ। ਜੇ ਰਾਜੇਵਾਲ ਸਾਹਿਬ ਕਿ ਕਹਿਣਾ, ਮੈਂ 12 ਤਰੀਕ ਨੂੰ ਖਾਰਾ ਸਾਹਿਬ ਦੇ ਨਾਲ, ਜੋ ਲੁਧਿਆਣੇ ਤੋਂ ਜਿਹਨੂੰ ਟਿਕਟ ਮਿਲੀ ਹੈ ਪੰਜਾਬ ਲੋਕ ਆਧਾਰ ਵਾਲਿਆਂ ਦੇ ਵਿੱਚੋਂ, ਉਹਦੇ ਨਾਲ ਜਾ ਕੇ ਮੈਂ ਅਪਲਾਈ ਕੀਤਾ। ਅਪਲਾਈ ਦੀ ਇੱਕ ਕਾਪੀ ਮੇਰੇ ਕੋਲ ਪਈ ਆ, ਜੋ ਮੇਰੀ ਕਾਰ ਦੇ ਵਿੱਚ ਮੈਂ ਫਾਈਲ ਕਰਾ, ਹੁਣੇ ਦਿਖਾ ਸਕਦਾ ਤੁਹਾਨੂੰ। ਬਿਲਕੁਲ। ਤੇ ਬਲਵੀਰ ਸਿੰਘ ਰਾਜੇਵਾਲ ਤੋਂ ਮੈਂ ਪਰਮਿਸ਼ਨ ਲੈ ਕੇ ਗਿਆ। ਉਹਨਾਂ ਨੇ ਨੰਬਰ ਦਿੱਤੇ ਨੇ ਮੈਨੂੰ ਕਾਦੀਆਂ ਸਾਹਿਬ ਦਾ, ਤੇ ਮੈਂ ਕਾਦੀਆਂ ਸਾਹਿਬ ਨਾਲ ਗੱਲ ਕਰਕੇ ਫਿਰ ਮੈਂ ਅਪਲਾਈ ਕਰਨ ਵੀ ਆ ਮਰੇਲ ਕੋਟਲਾ ਦਫ਼ਤਰ ਗਿਆ ਨੇ ਜਿਹੜਾ ਫੁਆਰਾ ਚੌਕ ਦੇ ਵਿੱਚ ਆ। ਮੈਂ ਉੱਥੇ ਜਾ ਕੇ ਐਪਲੀਕੇਸ਼ਨ ਦੇ ਕੇ ਉਸ ਦਿਨ ਤੱਗੜ ਜੀ ਵੀ ਉੱਥੇ ਹਾਜ਼ਰ ਸਨ। ਔਰ ਤੁਹਾਨੂੰ ਇਹ ਦੱਸ ਦਈਏ, ਇਹਨਾਂ ਦੀ ਜਿਹੜੀ ਦੇਣ ਹੈ, ਆਪਣੀ ਜਿਹੜੀ ਇਹਨਾਂ ਦੀ ਤਨਖਾਹ ਆਉਂਦੀ ਹੈ, ਜਿਹੜੀ ਉਹਦਾ ਇਹ ਦਸਵੰਧ 5000 ਰੁਪਇਆ ਦਿੱਲੀ ਭੇਜਦੇ ਰਹੇ ਨੇ ਤੇ 4000 ਰੁਪਇਆ ਪਰ ਮੰਥ ਮੈਂ ਅੰਬਾਲੇ ਬਾਰਡਰ ਦੇ ਉੱਤੇ ਦਿੰਦਾ ਰਿਹਾ। 1100 ਰੁਪਇਆ ਮੈਂ ਕਹਿੰਦੇ ਸਾਡੇ ਜਿਹੜੇ ਧਰਨੇ ਖੰਨੇ ਲੱਗੇ ਹੋਏ ਸੀ, ਖੰਨੇ ਧਰਨੇ ਦਿੰਦਾ ਰਿਹਾ। ਅੱਜ ਵੀ ਮੈਂ ਕਿਸਾਨਾਂ ਦੇ ਲਈ ਜਿਹੜੇ ਕੈਂਡੀਡੇਟ ਲਿਆਂਦੇ ਨੇ, ਉਹ ਦੇਣ ਸੁਖਵੰਤ ਸਿੰਘ ਦੱਸਣ। ਢਿੱਲੋਂ ਜੀ 25 ਐਪਲੀਕੇਸ਼ਨਾਂ। ਪਹਿਲਾਂ ਕਿਸੇ ਰਾਜਨੀਤੀ ਪਾਰਟੀ ਨਾਲ ਜੁੜੇ ਹੋ? ਮੈਂ ਕਿਸੇ ਪਾਰਟੀ ਦੇ ਨਾਲ ਨਹੀਂ, ਮਦਦ ਜ਼ਰੂਰ ਪਾਰਟੀਆਂ ਦੀ ਕੀਤੀ ਆ। ਉਹਨਾਂ ਤੋਂ ਦੁਖੀ ਹੋ ਕੇ ਅੱਜ ਵੀ ਕੋਰਟ ਦੇ ਵਿੱਚੋਂ ਮੈਂ ਆਰਡਰ ਲੈਣ ਨੂੰ ਖੜਾ ਸੀ, ਜੋ ਹਰਪਾਲ ਚੀਮਾ ਆਪੋਜੀਸ਼ਨ ਲੀਡਰ ਦੇ ਖਿਲਾਫ ਕੋਰਟ ਦੇ ਵਿੱਚੋਂ ਆਰਡਰ ਹੋਇਆ ਬਈ ਇਹਦੇ ਤੇ ਪਰਚਾ ਰਜਿਸਟਰ ਕੀਤਾ ਜਾਵੇ। ਸਾਡੀ ਉਹਨੇ ਸਬਮਿਟ ਕਰ ਲਈ ਹੈ ਵੀ ਜਿਹੜੀ ਤੁਸੀਂ ਥਾਣੇ 'ਚ ਕੰਪਲੇਂਟ ਕੀਤੀ ਹੈ 3 ਨੰਬਰ ਸੈਕਟਰ ਚੰਡੀਗੜ੍ਹ 'ਚ, ਉਹ ਠੀਕ ਹੈ, ਲੇਕਿਨ ਮੈਂ ਵਿਦ ਪ੍ਰੂਫ ਦੇ ਨਾਲ, ਵਿਦ ਐਵੀਡੈਂਸ ਦੇ ਨਾਲ ਹੀ ਪਰਚਾ ਰਜਿਸਟਰ ਕਰਾਂਗੀ, ਤਾਂ ਜੋ ਮੈਂ ਹੁਣ ਸਮਨਿੰਗ ਦੇ ਜ਼ਰੀਏ ਹਰਪਾਲ ਚੀਮਾ ਨੂੰ ਵੀ ਤਲਬ ਕਰਾਂਗੀ ਤੇ ਮੈਂ ਆਪੋਜੀਸ਼ਨ ਸਪੀਕਰ ਨੂੰ ਵੀ ਤਲਬ ਕਰਾਂਗੀ। ਜਿਵੇਂ ਤੁਹਾਨੂੰ ਟਿਕਟ ਨਹੀਂ ਦਿੱਤੀ ਗਈ, ਕੀ ਕਹਿਣਾ? ਮੈਨੂੰ ਕੋਈ ਵਿਰੋਧ ਨਹੀਂ, ਮੈਂ ਅੱਜ ਵੀ ਮਦਦ ਤੇ ਹਾਂ। ਪਰ ਇੱਕ ਜੋ ਮੈਂ ਅੱਜ ਦੇਖਿਆ, 3 ਚੀਜ਼ਾਂ ਜੋ ਕਿਸਾਨਾਂ ਦੇ ਵਿੱਚ, ਇੱਕ ਗਰੁੱਪ ਕੋਈ ਬੀਜੇਪੀ ਦੀ ਮਦਦ ਤੇ ਹੈਗਾ, ਉਹਦੇ 'ਚ 3 ਟਿਕਟਾਂ ਗਈਆਂ ਨੇ ਸੰਯੁਕਤ ਅਕਾਲੀ ਦਲ ਦੇ ਵਿੱਚੋਂ ਖੰਨੇ ਦੀ, ਕਿਉਂ ਢੀਂਡਸਾ ਸਾਹਿਬ ਪੂਰੇ ਬੀਜੇਪੀ ਦੇ ਨਾਲ ਹੱਥ ਮਿਲੇ ਨੇ, ਸੀ ਟੀਮ ਆ ਉਹਨਾਂ ਦਾ ਅਲਾਈਅੰਸ ਹੈ, ਅਲਾਈਅੰਸ ਆ ਬੀਜੇਪੀ ਦੇ ਨਾਲ। ਉਹਦੇ ਬਾਅਦ ਲੱਖਾ ਸਿਧਾਣਾ ਜਿਹਨੂੰ ਇਹਨਾਂ ਨੇ ਗਰਦਾਰ ਕਿਹਾ, ਆਰਐਸਐਸ ਦਾ ਬੰਦਾ ਕਿਹਾ, ਆਰਐਸਐਸ ਦਾ ਬੰਦਾ ਕਿਹਾ, ਉਹਨੂੰ ਟਿਕਟ ਮੌੜ ਮੰਡੀ ਤੋਂ ਦਿੱਤੀ। ਫਿਰ ਪਰਮਿੰਦਰ ਢੀਂਡਸਾ ਦੇ ਸਾਹਮਣੇ ਡੰਮੀ ਲੀਡਰ ਲਿਆਂਦਾ ਗਿਆ, ਵਰਿੰਦਰ ਗੋਇਲ ਜੀ, ਉੱਥੇ ਜਿਹੜਾ ਪਿਛਲਾ ਇਲੈਕਸ਼ਨ ਆਪ ਤੋਂ ਲੜਿਆ ਸੀ, ਜਿਹਨੇ ਭੱਠਲ ਨੂੰ ਵੀ ਲੀਡ ਕੀਤਾ ਸੀ, ਉਹ ਦੂਜੇ ਨੰਬਰ ਤੇ ਸੀ। ਉਹਦੀ ਟਿਕਟ ਕਿਉਂ ਕੱਟੀ ਗਈ? ਕਿਉਂਕਿ ਇਹ ਇੱਕ ਗਰੁੱਪ ਕਾਂਗਰਸ ਨਾ ਸਮਾਜ, ਕਿਸਾਨ ਸਮਾਜ ਦੇ ਵਿੱਚ ਵੀ ਬੈਠਾ,
ਬੀਜੇਪੀ ਦੀ ਮਦਦ ਕਰਨ ਨੂੰ। ਜਿਹੜਾ ਰਾਜੇਵਾਲ ਆ ਤੁਸੀਂ ਇਹਨੂੰ ਸਮਝਦੇ ਹੋ? ਮੈਂ ਨਹੀਂ, ਮੈਂ ਕਿਸੇ ਦਾ ਨਾਂ ਨਹੀਂ ਲਵਾਂਗਾ। ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਇਹ ਸਾਰੀਆਂ ਜਾਨੀ ਕਿ ਜਿੰਨੇ ਵੀ ਜਾ ਰਹੀਆਂ ਨੇ ਇਹ ਇੱਕ ਬੀਜੇਪੀ ਦੀ ਬਹੁਤ ਵੱਡੀ ਇੱਥੋਂ ਅਸੀਂ ਯਾਰ ਅਸੀਂ ਨੰਗੇ ਚਿੱਟੇ ਹੋ ਕੇ ਕਹਿੰਦੇ ਆ ਕਿ ਰਾਜੇਵਾਲ ਸਾਹਿਬ ਨੇ ਧਰਨਾ ਵੇਚਤਾ। ਹੁਣ ਅਸੀਂ ਕਹਾਂਗੇ, ਸਾਨੂੰ ਲੱਗਦਾ ਪਹਿਲਾਂ ਲੋਕ ਕਹਿੰਦੇ ਸੀ, ਹੁਣ ਅਸੀਂ ਵੀ ਕਹਾਂਗੇ। ਪਹਿਲਾਂ ਨਾਲ ਸੀਗੇ ਅਸੀਂ, ਹੁਣ ਉਹਨਾਂ ਦਾ ਜੋ ਉਹਨਾਂ ਦਾ ਆ ਸਾਹਮਣੇ ਆ ਰਿਹਾ ਨਾ, ਅਸੀਂ ਹੁਣ ਇਹਨੂੰ ਦੇਖਦੇ ਹੋਏ, ਮੱਦੇ ਨਜ਼ਰ ਦੇਖਦੇ ਹੋਏ ਹੁਣ ਅਸੀਂ ਕਹਾਂਗੇ ਕਿ ਉਹਨਾਂ ਨੇ ਮੋਰਚਾ ਵੀ ਵੇਚਿਆ। ਪਹਿਲਾਂ ਜਿਹੜੀਆਂ ਚਿੱਠੀਆਂ ਭੇਜੀਆਂ ਉਹ ਸਾਰਾ ਕੁਝ ਜਿਹੜਾ ਬਾਗੜ ਬਿੱਲਾ ਜਿਹੜਾ ਥੈਲਿਓ ਹੁਣ ਬਾਹਰ ਆਇਆ। ਪਹਿਲਾਂ ਬਿੱਲੀਆਂ ਆਉਂਦੀਆਂ ਸੀ, ਹੁਣ ਬਾਗੜ ਬਿੱਲਾ ਬਾਹਰ ਆ ਗਿਆ। ਪਰਿਵਾਰ ਆ ਨੇ ਕਿਸਾਨਾਂ ਦੇ ਹੱਕ 'ਚ ਖੜੇ ਹੋਣਾ ਚਾਹੀਦਾ ਸੀ। ਜਿੱਥੇ ਨਹੀਂ ਖੜੇ, ਜਿੱਥੇ ਉਹਨਾਂ ਨੂੰ ਲੋੜ ਪਈ, ਤੁਸੀਂ ਆਪਣੇ ਮੂੰਹੋਂ ਕਹਿ ਕੇ ਪੁੱਛ ਕੇ ਕਿ ਸਾਨੂੰ ਦੱਸਿਓ। ਫਿਰ ਉੱਥੋਂ ਤੁਸੀਂ ਭਗੌੜੇ ਹੋਏ, ਕੱਲੀਆਂ ਫੋਟੋਆਂ ਖਿਚਾ ਕੇ ਅਖਬਾਰਾਂ ਚਲਾ ਕੇ ਆਪਣੇ ਵੱਲੋਂ ਹੀ ਤੁਸੀਂ ਹੀਰੋ ਨਹੀਂ ਬਣ ਸਕਦੇ। ਲੋਕਲ ਲੈਵਲ ਤੇ ਲੋਕਾਂ ਨੂੰ ਪਤਾ, ਜ਼ਮੀਨੀ ਪੱਧਰ ਤੇ ਤੁਹਾਡੀ ਸੱਚਾਈ ਕੀ ਹੈ। ਤੁਸੀਂ ਇਦਾਂ ਕੱਲੀਆਂ ਫੋਟੋਆਂ 'ਚ ਹੀਰੋ ਨਹੀਂ ਬਣ ਸਕਦੇ। ਤੁਹਾਡੇ ਜਰੀਏ ਇੱਕ ਮੈਂ ਹੋਰ ਅਪੀਲ ਕਰਨਾ ਚਾਹੁੰਦਾ, ਮੈਂ ਸਾਰੀ ਪਾਰਟੀਆਂ ਤੋਂ ਉੱਪਰ ਉੱਠ ਕੇ ਅੱਜ ਵੀ ਕਿਸਾਨਾਂ ਦੀ ਮਦਦ ਕਰਨਾ ਚਾਹੁੰਦਾ, ਕਿਉਂਕਿ ਇਹਨਾਂ ਨੇ ਇੱਕ ਸੋਚ ਸਮਾਜਿਕ ਚੇਂਜ ਦੀ ਇੰਡੀਆ ਦੇ ਬਾਰਡਰਾਂ ਤੇ ਖੜੀ ਕਰਤੀ ਸੀ, ਦਿੱਲੀ ਦੇ ਬਾਰਡਰਾਂ ਤੇ। ਲੇਕਿਨ ਜਦੋਂ ਇਹੋ ਜਿਹੀਆਂ ਚੀਜ਼ਾਂ ਦਿਖਣ ਲੱਗ ਜਾਣ ਵਿੱਚੋਂ ਬੜਾ ਮਨ ਨੂੰ ਦੁੱਖ ਲੱਗਦਾ, ਯਾਰ ਕਿੰਨੇ ਸੋਚ ਕਿੱਧਰ ਜਾ ਰਹੀ ਸੀ, ਅੱਜ ਪੈਸਿਆਂ ਦੀ ਥੈਲੀ ਖਾਤਰ ਕਿੱਧਰ ਵਿਕਦੀ ਫਿਰਦੀ ਹੈ। ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਹੋ ਜਿਹੀ ਗੱਲ? ਮੈਂ ਉਹਨਾਂ ਨੂੰ ਚਾਹੁੰਦਾ, ਨਰੋਲ ਸੱਚੇ ਸੁੱਚੇ ਬੰਦੇ ਅੱਗੇ ਲਿਆਓ। ਮੈਂ ਪਹਿਲਾ ਬੰਦਾ ਹੋਊਂਗਾ ਜਿਹੜੀ ਆਪਣੀ ਸਾਰੀ ਪੈਨਸ਼ਨ ਭਰ ਦੂੰਗਾ ਵੀ ਇੱਕ ਕੋਆਪਰੇਟਿਵ ਸਿਸਟਮ ਲਿਆਉਣ ਲਈ ਖੜੇ ਕਰੋ ਤੇ ਲੋਕਾਂ ਦੇ ਸਾਡੀ ਯੂਥ ਨੂੰ ਬਚਾਓ, ਜਿਨ੍ਹਾਂ ਦੀ ਅੱਜ ਸਾਡੀ ਫੋਰਨ ਤੁਰੇ ਫਿਰਦੇ ਨੇ। ਉਹਨਾਂ ਦਾ ਉੱਥੇ ਹਾਲ ਦੇਖੋ ਜਾ ਕੇ, ਫੋਰਨ ਦੇ ਵਿੱਚ ਡਾਕਟਰ ਨਹੀਂ ਮਿਲਦੇ ਉਹਨਾਂ ਨੂੰ ਇਲਾਜ ਕਰਨ ਲਈ, ਤੇ ਆਹ ਹਾਲ ਆ ਉਹਨਾਂ ਦਾ। ਉਹਨਾਂ ਨੂੰ ਬਚਾਉਣ ਖਾਤਰ ਪੰਜਾਬ ਦੇ ਅੰਦਰ ਹਜ਼ਾਰਾਂ ਲੱਖਾਂ ਰੁਜ਼ਗਾਰ ਪੈਦਾ ਹੋ ਸਕਦਾ, ਜਿਹੜਾ ਅਸੀਂ ਪੈਦਾ ਕਰ ਸਕਦੇ ਹਾਂ ਪੰਜਾਬ ਦੀ ਧਰਤੀ ਤੋਂ। ਮੈਂ ਕੋਲਾ ਪ੍ਰੋਜੈਕਟ ਕਰਨ ਦਾ ਤੁਹਾਨੂੰ ਇੱਕ ਪ੍ਰੋਜੈਕਟ ਦੇ ਸਕਦਾ, ਪੰਜਾਬ ਦੇ ਬਿਜਲੀ ਵੀ ਸਸਤੀ ਕਰਨ ਖਾਤਰ ਇੱਕ ਪ੍ਰੋਜੈਕਟ ਦੇ ਸਕਦਾ। ਇੱਕ ਕੋਆਪਰੇਟਿਵ ਸਿਸਟਮ ਦੇ ਅੰਦਰ ਜੇ ਪੰਜਾਬ ਨੂੰ ਗੰਦ ਦੇ ਵਿੱਚੋਂ ਕੱਢ ਸਕਦੇ ਹਾਂ ਤਾਂ ਉਹ ਕੱਢਿਆ ਜਾ ਸਕਦਾ। ਬੁਲਬੁਲਾ ਸੀਗਾ ਉਹ ਅਸੀਂ ਅੱਜ ਕੱਢਤਾ। ਅਸੀਂ ਅਗਲੀ 2-3 ਦਿਨ ਦੇ ਵਿੱਚ ਅਗਲੀ ਮੀਟਿੰਗ ਆ ਸਾਡੀ, ਸਾਰੇ ਪਿੰਡਾਂ ਤੋਂ ਸਾਡੇ ਕਿਸਾਨ ਆਉਣਗੇ। ਅਸੀਂ ਜੋ ਅਗਲੀ ਰਣਨੀਤੀ ਆ ਉਸ ਦੇ ਤਹਿ ਅਸੀਂ ਅਗਲਾ ਪ੍ਰੋਗਰਾਮ ਤੈਅ ਕਰਾਂਗੇ। ਢਿੱਲੋਂ ਜੀ ਕੀ ਕਹਿਣਾ ਚਾਹੁੰਦੇ ਹੋ? ਕਿਸਾਨ ਵਿਰੋਧੀ ਕਿਹਾ ਉਹ ਜਾ ਰਿਹਾ ਸਾਡੇ ਭਰਾ ਨੇ ਜੀ, ਕੁਛ ਨਹੀਂ ਕਹਿਣਾ ਚਾਹੁੰਦਾ। ਉਹਨਾਂ ਦੇ ਮਨ ਦੇ ਵਿੱਚ ਗੁੱਸਾ ਸੀ, ਮੈਂ ਆ ਗਿਆ ਨਿਕਲ ਗਿਆ। ਇਹ ਤਾਂ ਚੱਲਦਾ ਹੀ ਰਹਿਣਾ। ਇਲੈਕਸ਼ਨ ਵਿਰੋਧ ਤਾਂ ਉੱਥੇ ਹੁੰਦਾ ਜਿੱਥੇ ਲੋਕ ਕਰਨ। ਇਹ ਤਾਂ ਸਾਡਾ ਭਾਈਚਾਰਾ। ਜੇ ਮੇਰੀ ਗੱਲ ਸੁਣੋ, ਦੋ ਭਰਾ ਨੇ, ਮਾਰਦਾ ਇੱਟ ਬੱਗਮੀ ਦੂਜੇ ਦੇ, ਉਹ ਦੂਜੇ ਦੇ ਗੰਡਾਸਾ, ਮਾਮੇ ਫੁੱਫੜ ਵਿੱਚ ਪੈ ਜਾਂਦੇ, ਸਮਝੌਤਾ ਹੋ ਜਾਂਦਾ। ਇਦਾਂ ਹੀ ਇਹਨੂੰ ਹੀ ਰਾਜਨੀਤੀ ਸਮਝਦੇ? ਬਿਲਕੁਲ, ਇਹ ਰਾਜਨੀਤੀ ਹੈ। ਲੋਕਾਂ ਲਈ ਕੀ ਸੁਨੇਹਾ ਦੇਣਾ ਚਾਹੋਗੇ? ਲੋਕਾਂ ਲਈ ਸੁਨੇਹਾ ਇਹ ਆ ਵੀ ਆਪਸ ਦੇ ਵਿੱਚ ਨਾ ਲੜੋ। ਤੁਸੀਂ ਜਿਹਦਾ ਵਿਰੋਧ ਕਰਨਾ ਉਹਦਾ ਵਿਰੋਧ ਕਰੋ, ਜਿਹਨੇ ਬੀਜੇਪੀ ਦਾ ਵਿਰੋਧ ਕਰੋ, ਜਿਹਨੇ 750 ਕਿਸਾਨ ਮਾਰਿਆ ਉਹਨਾਂ ਦਾ ਵਿਰੋਧ ਕਰੋ। ਵੀ ਲੋਕ ਵੀ ਘਰਾਂ ਦੇ ਵਿੱਚ ਇਹੀ ਰਾਜਨੀਤੀ ਬਣਾਉਣ ਵੀ ਜਾਣ ਕੇ ਇੱਕ ਦੂਜੇ ਸਿਰ ਪਾੜ ਕੇ ਸਮਝੌਤੇ ਕਰਾਉਣ। ਨਹੀਂ, ਇਹ ਲੋਕ ਕਰਦੇ ਨੇ। ਮੈਂ ਤਾਂ ਲੋਕਾਂ ਨੂੰ ਕਿਉਂ ਕਹੂੰਗਾ, ਮੈਂ ਤਾਂ ਲੋਕਾਂ ਦਾ ਨੁਮਾਇੰਦਾ। ਨਹੀਂ, ਹੁਣ ਜਿਵੇਂ ਹੁਣ ਰਾਜੇਵਾਲ ਦਾ ਵਿਰੋਧ ਕਰ ਰਹੇ ਨੇ, ਰਾਜੇਵਾਲ ਦਾ ਕੌਣ ਕਰਦਾ ਵਿਰੋਧ? ਕਿਸੇ ਦਾ ਕੋਈ ਨਾਅਰੇਬਾਜ਼ੀ ਨੇ ਉਹ। ਜੇ ਦੇਖੋ ਮੇਰੀ ਗੱਲ ਸੁਣੋ, ਉਹ ਜਿਹੜੇ ਨਾਰੇ ਲਾ ਰਹੇ ਨੇ, ਉਹ ਜੇ ਤਾਂ ਉਹਨਾਂ ਨੇ ਟਿਕਟ ਅਪਲਾਈ ਕੀਤੀ ਆ ਫਿਰ ਤਾਂ ਰਾਜੇਵਾਲ ਦਾ ਨਾਂ ਲੈਣ ਦੇ ਹੱਕ 'ਚ ਆ। ਜੇ ਉਹਨਾਂ ਨੇ ਟਿਕਟ ਨਹੀਂ ਅਪਲਾਈ ਕੀਤੀ ਉਹ ਨਾਂ ਨਹੀਂ ਲੈ ਸਕਦੇ। ਤੁਸੀਂ ਉਹਨਾਂ ਨੂੰ ਪੁੱਛੋ ਉਹਨਾਂ ਕੋਲ ਕੀ ਪ੍ਰੂਫ ਆ ਕਿ ਉਹ ਰਾਜੇਵਾਲ ਦਾ ਨਾਂ ਲੈਂਦੇ ਆ। ਤੁਸੀਂ ਕਦੋਂ ਅਪਲਾਈ ਕੀਤੀ ਹੈ ਟਿਕਟ? ਮੈਨੂੰ ਤਾਂ ਹਫਤਾ ਹੋ ਗਿਆ। ਜਾਣੀ ਕਿ ਤੁਸੀਂ ਫਿਰ ਦੂਸਰੀ ਪਾਰਟੀ ਦੇ ਵਿੱਚੋਂ ਅੱਜ ਕੀ ਕਹਿੰਦੇ ਆ, ਰਿਜ਼ਾਈਨ ਦੇ ਰਹੇ ਹੋ, ਕੀ ਕਹਿਣਾ ਅੱਜ ਕੌਣ ਦਿੰਦਾ ਰਿਜ਼ਾਈਨ? ਡੇਟ ਪੜੋ ਯਾਰ, ਉਹਦੇ ਤੇ ਤੁਹਾਡੇ ਕੋਲੇ WhatsApp ਤੇ ਆ। ਤੁਸੀਂ ਕੌਣ ਕਿਵੇਂ ਕਰੀ ਜਾਂਦੇ? ਤੁਸੀਂ ਮੈਂ ਤੁਹਾਡੇ ਮੂਹਰੇ ਹੱਥ ਬੰਨ੍ਹਦਾ, ਇਹ ਕੋਈ ਗੱਲ ਨਹੀਂ।